ਮਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੈ ਰੱਖੈ ਸਾ ਭਲੀ ਜਾਏ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ। ਸੋਈ ਕਰਨਾ ਜੇ ਆਪ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੇ ਬਹੁਤ ਪਿਆਰ ਸ਼ਰਧਾ ਨਾਲ ਗੁਰਬਾਣੀ ਦਾ ਕੀਰਤਨ ਸਾਨੂੰ ਸਭਨਾਂ ਨੂੰ ਸਰਵਣ ਕਰਵਾਇਆ ਹੈ। ਅਸਾਂ ਸਭਨਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਤਮਿਕ ਆਨੰਦ ਮਾਣਿਆ ਹੈ। ਸੋ ਜਿਵੇਂ ਆਪ ਜੀ ਜਾਣਦੇ ਹੀ ਹੋ, ਅੱਜ ਲੋਹੜੀ ਦਾ ਤਿਉਹਾਰ ਹੈ। ਸਾਡੇ ਪੰਜਾਬ ਦਾ ਇੱਕ ਸੱਭਿਅਕ ਤਿਉਹਾਰ, ਕਿਉਂਕਿ ਹਰੇਕ ਤਿਉਹਾਰ ਕੋਈ ਨਾ ਕੋਈ ਸਿੱਖਿਆ ਦਿੰਦਾ ਹੈ, ਕੋਈ ਨਾ ਕੋਈ ਸੇਧ ਦਿੰਦਾ ਹੈ। ਸੋ ਇਹ ਤਿਉਹਾਰ ਵੀ ਬਹੁਤ ਹੀ ਖੁਸ਼ੀਆਂ ਭਰਿਆ, ਚਾਵਾਂ ਭਰਿਆ, ਮਲਹਾਰਾਂ ਭਰਿਆ ਮੰਨਿਆ ਜਾਂਦਾ ਹੈ। ਜਿਵੇਂ ਦੁੱਲੇ ਭੱਟੀ ਨਾਲ ਇਸ ਦਾ ਸੰਬੰਧ ਜੋੜਿਆ ਜਾਂਦਾ ਹੈ। ਆਪਣੇ ਸਮੇਂ ਦਾ ਇੱਕ ਯੋਧਾ, ਇੱਕ ਸੂਰਮਾ, ਕਿਉਂਕਿ ਉਹਨਾਂ ਸਮਿਆਂ ਵਿੱਚ ਮੁਗਲ ਹਾਕਮ ਧੀਆਂ ਦੇ ਡੋਲੇ ਆਪਣੇ ਘਰਾਂ ਵਿੱਚ ਉਤਾਰਦੇ ਸਨ, ਬੇਪੱਤੀ ਕਰਦੇ ਸਨ। ਕਿਸੇ ਧੀ ਭੈਣ ਦੀ ਇੱਜ਼ਤ ਮਹਿਫੂਜ਼ ਨਹੀਂ ਸੀ। ਇਹ ਸੀ ਦੁੱਲਾ, ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਸੀ। ਔਰ ਇਸ ਨੇ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਨਵਾਬ ਵਧੀਕੀ ਕਰਦਾ ਹੈ, ਉਹ ਮੇਰੇ ਕੋਲ ਆਓ। ਬਹੁਤ ਚੰਗਾ ਇਨਸਾਨ ਸੀ, ਯੋਧਾ ਸੀ, ਸੂਰਮਾ ਸੀ, ਜ਼ੁਲਮ ਦੇ ਖਿਲਾਫ ਲੜਨ ਵਾਲਾ ਸੀ। ਅਸਲ ਦੇ ਵਿੱਚ ਲੋਹੜੀ ਦੋ ਤਰ੍ਹਾਂ ਦੇ ਨਾਲ ਪਾਈ ਜਾਂਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿਸੇ ਦੇ ਘਰ ਪੁੱਤਰ ਜਨਮ ਲੈਂਦਾ ਸੀ ਤੇ ਖੁਸ਼ੀ ਮਨਾਈ ਜਾਂਦੀ ਸੀ। ਉਹਦਾ ਕਾਰਨ ਇਹ ਸੀ ਕਿ ਉਹ ਲੋਕ ਸ਼ੁਕਰ ਮਨਾਉਂਦੇ ਸੀ ਕਿ ਸਾਡੇ ਘਰ ਧੀ ਪੈਦਾ ਨਹੀਂ ਹੋਈ, ਤੇ ਜੇ ਧੀ ਪੈਦਾ ਨਹੀਂ ਹੋਈ ਤੇ ਅਸੀਂ ਇੱਜ਼ਤ ਨਾਲ ਜਿਉਂਦੇ ਰਹਿ ਸਕਦੇ ਹਾਂ। ਕਿਉਂਕਿ ਉਸ ਵੇਲੇ ਦੇ ਨਵਾਬ, ਉਸ ਵੇਲੇ ਦੇ ਹਾਕਮ, ਉਸ ਵੇਲੇ ਦੀ ਜ਼ਾਲਮ ਸਰਕਾਰ ਧੀਆਂ ਭੈਣਾਂ ਦੀ ਇੱਜ਼ਤ ਸ਼ਰੇਆਮ ਰੋਕਦੀ ਸੀ। ਜਿਸ ਮਾਂ ਬਾਪ ਦੀ ਧੀ ਦੀ ਇੱਜ਼ਤ ਨਾ ਰਹੀ, ਉਸ ਮਾਂ ਬਾਪ ਦਾ ਜੀਵਣਾ ਵੀ ਕੀ ਰਹਿ ਜਾਂਦਾ। ਇਸ ਕਰਕੇ ਉਹ ਫਿਰ ਖੁਸ਼ੀ ਵਿੱਚ ਲੋਹੜੀ ਪਾਉਂਦੇ ਸਨ। ਤੇ ਜਾਂ ਫਿਰ ਕੋਈ ਧੀ ਭੈਣ ਖੁਸ਼ੀ ਖੁਸ਼ੀ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਸੀ, ਇੱਜ਼ਤ ਲੈ ਕੇ ਪਹੁੰਚ ਜਾਂਦੀ ਸੀ, ਤਾਂ ਲੋਹੜੀ ਪਾਈ ਜਾਂਦੀ ਸੀ। ਇਹਨਾਂ ਦੋ ਕਾਰਨਾਂ ਕਰਕੇ ਲੋਹੜੀ ਪਾਈ ਜਾਂਦੀ ਸੀ। ਕਿਉਂਕਿ ਜਿਹੜਾ ਇੱਕ ਗੀਤ ਬੜਾ ਪ੍ਰਸਿੱਧ ਹੈ, ਸੁੰਦਰ ਮੁੰਦਰੀਏ ਕਰਕੇ, ਇਹ ਦੋ ਭੈਣਾਂ ਸਨ। ਇਹਨਾਂ ਦਾ ਡੋਲਾ ਵੀ ਨਵਾਬ ਨੇ ਖੋਹ ਲਿਆ ਸੀ। ਇਹ ਫਿਰ ਦੁੱਲਾ ਸੀ। ਇਸ ਨੇ ਫਿਰ ਇਹਨਾਂ ਦੋਹਾਂ ਨੂੰ ਉਸ ਨਵਾਬ ਤੋਂ ਬਚਾ ਕੇ ਆਪ ਆਪਣੀਆਂ ਭੈਣਾਂ ਬਣਾ ਕੇ ਇਹਨਾਂ ਨੂੰ ਆਪ ਹੱਥੀਂ ਤੋਰਿਆ ਸੀ। ਉੱਥੋਂ ਫਿਰ ਇਹ ਗੀਤ ਪ੍ਰਸਿੱਧ ਹੋ ਗਿਆ। ਸੋ ਕਹਿਣ ਤੋਂ ਮੁਰਾਦ, ਇਹ ਤਿਉਹਾਰ ਮਾੜਾ ਨਹੀਂ ਹੈ, ਸਿੱਖਿਆਦਾਇਕ ਤਿਉਹਾਰ ਹੈ, ਸਾਂਝੀਵਾਲਤਾ ਦਾ ਪ੍ਰਤੀਕ ਹੈ, ਖੁਸ਼ੀਆਂ ਭਰਿਆ ਤਿਉਹਾਰ ਹੈ। ਸੋ ਅੱਜ ਕੱਲ੍ਹ ਜਾਗਰਤੀ ਆਉਣ ਦੇ ਨਾਲ ਨਾਲ ਲੋਕ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਵੀ ਲੋਹੜੀ ਪਾਉਂਦੇ ਹਨ। ਕੋਈ ਗੁਰਮਤ ਦੇ ਅਨੁਸਾਰ ਤੇ ਕਈ ਮਨਮਤ ਦੇ ਅਨੁਸਾਰ।
ਸੋ ਕੱਲ੍ਹ ਨੂੰ ਮਾਘ ਦੀ ਸੰਗਰਾਂਦ ਵੀ ਹੈ, ਮਾਘੀ ਦਾ ਦਿਹਾੜਾ ਵੀ ਹੈ। ਉਸ ਸੰਬੰਧ ਵਿੱਚ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਹੁਣ ਆਪ ਜੀ ਦੀ ਸੇਵਾ ਦੇ ਵਿੱਚ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਮਨ ਬਿਰਤਿਆਂ ਨੂੰ ਇਕਾਗਰਤਾ ਵਿੱਚ ਕਰੀਏ, ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ। ਪਿਆਰ ਵਿੱਚ ਸਰਬੱਤ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸੋਈ ਕਰਨਾ ਜੇ ਆਪ ਕਰਾਏ। ਸੱਚੇ ਪਾਤਸ਼ਾਹ ਜੀ ਆਖਦੇ ਨੇ, ਭਾਈ ਅਸੀਂ ਉਹੀ ਕਰਨਾ ਹੈ, ਉਹੀ ਕਰ ਸਕਦੇ ਹਾਂ ਜੇ ਮਾਲਕ ਪਰਮਾਤਮਾ ਕਰਾਵੇ। ਅਰਥਾਤ ਜੇ ਉਸਨੇ ਅੱਖਾਂ ਦਿੱਤੀਆਂ ਨੇ, ਅੱਖਾਂ ਵਿੱਚ ਰੋਸ਼ਨੀ ਦਿੱਤੀ ਹੈ ਤੇ ਅਸੀਂ ਦੇਖ ਸਕਦੇ ਹਾਂ। ਕੰਨਾਂ ਵਿੱਚ ਸਰੋਤ ਦਿੱਤੀ ਹੈ ਤਾਂ ਅਸੀਂ ਸੁਣ ਸਕਦੇ ਹਾਂ। ਜ਼ਬਾਨ ਦਿੱਤੀ ਹੈ, ਬੋਲਣ ਸ਼ਕਤੀ ਦਿੱਤੀ ਹੈ, ਅਸੀਂ ਬੋਲ ਸਕਦੇ ਹਾਂ। ਅੱਖਾਂ ਤੇ ਅੰਧੇ ਕੋਲ ਵੀ ਨੇ, ਪਰ ਉਸ ਕੋਲ ਜੋਤ ਨਹੀਂ ਹੈ। ਕੰਨ ਤੇ ਬੋਲੇ ਕੋਲ ਵੀ ਨੇ, ਪਰ ਸਰੋਤ ਨਹੀਂ ਹੈ। ਜ਼ਬਾਨ ਤੇ ਗੂੰਗੇ ਕੋਲ ਵੀ ਹੈ, ਪਰ ਬੋਲ ਨਹੀਂ ਹੈ। ਅੱਖਾਂ ਹੋਣ, ਜੋਤ ਨਾ ਹੋਵੇ, ਕੰਨ ਹੋਣ, ਸਰੋਤ ਨਾ ਹੋਵੇ, ਹੱਥ ਹੋਣ, ਸ਼ਕਤੀ ਨਾ ਹੋਵੇ, ਪੈਰ ਹੋਣ, ਚੱਲਣ ਦੀ ਸਮਰੱਥਾ ਨਾ ਹੋਵੇ, ਤਾਂ ਮਨੁੱਖ ਬੇਵੱਸ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਤੂੰ ਜੀਵਨ ਵਿੱਚ ਜੋ ਕੁਛ ਵੀ ਕਰਦਾ ਹੈ ਉਹੀ ਕੁਛ ਕਰਦਾ ਹੈ ਜੋ ਉਸ ਮਾਲਕ ਨੂੰ ਭਾਉਂਦਾ ਹੈ, ਉਹਨੂੰ ਚੰਗਾ ਲੱਗਦਾ ਹੈ। ਅਸਲ ਵਿੱਚ ਮਨੁੱਖ ਨੂੰ ਭਰਮ ਹੋ ਜਾਂਦਾ ਹੈ, ਇਹ ਮੈਂ ਕਰਦਾ ਹਾਂ, ਇਹ ਮੈਂ ਚੱਲਦਾ ਹਾਂ, ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਸੋਚਦਾ ਹਾਂ। ਮਹਾਰਾਜ ਕਹਿੰਦੇ ਨੇ, ਤੂੰ ਜੋ ਕੁਛ ਵੀ ਕਰਦਾ ਹੈ ਇਹ ਉਹਨੂੰ ਭਾਉਂਦਾ ਹੈ, ਤੂੰ ਤਾਂ ਕਰਦਾ ਹੈ। ਉਹਨੂੰ ਚੰਗਾ ਲੱਗਦਾ ਹੈ, ਤੂੰ ਦੇਖਦਾ ਹੈ। ਉਹਨੂੰ ਚੰਗਾ ਲੱਗਦਾ, ਤੂੰ ਸੁਣਦਾ ਹੈ। ਉਸ ਨੂੰ ਚੰਗਾ ਲੱਗਦਾ ਹੈ, ਤੂੰ ਬੋਲਦਾ ਹੈ। ਆਪਣੀ ਮਰਜ਼ੀ ਨਾਲ ਤੂੰ ਕੁਛ ਵੀ ਕਰ ਨਹੀਂ ਸਕਦਾ। ਜੀਵਨ ਵਿੱਚ ਮਨੁੱਖ ਆਪਣੀ ਮਰਜ਼ੀ ਨਾਲ ਕੁਛ ਵੀ ਨਹੀਂ ਕਰ ਸਕਦਾ। ਕਰਨਾ ਤੇ ਕੀ, ਮਨੁੱਖ ਸੋਚ ਵੀ ਨਹੀਂ ਸਕਦਾ। ਉੱਥੋਂ ਤੱਕ ਮਨੁੱਖ ਦੀ ਬੁੱਧੀ ਦੀ ਉਡਾਰੀ ਜਾ ਹੀ ਨਹੀਂ ਸਕਦੇ। ਸਰੀਰ ਤਾਂ ਪਾਗਲ ਕੋਲ ਵੀ ਹੁੰਦਾ ਹੈ। ਸਰੀਰ ਤੇ ਇੱਕ ਉਸ ਵਿਅਕਤੀ ਕੋਲ ਵੀ ਹੈ ਜਿਹੜਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਪਰ ਦਿਮਾਗ ਨਾ ਹੋਣ ਕਰਕੇ, ਉਸ ਦੀ ਚਿੰਤਨ ਸ਼ਕਤੀ ਨਾ ਹੋਣ ਕਰਕੇ ਏਡਾ ਵੱਡਾ ਸਰੀਰ ਕਿਸੇ ਅਰਥ ਹੀ ਨਹੀਂ ਆਉਂਦਾ। ਪਰ ਉਸ ਦੇ ਵੱਸ ਦੀ ਬਾਤ ਨਹੀਂ ਹੁੰਦੀ, ਉਸ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਲਈ ਸਤਿਗੁਰੂ ਕਹਿੰਦੇ ਨੇ, ਤੂੰ ਜੋ ਵੀ ਜੀਵਨ ਵਿੱਚ ਕਰਦਾ ਹੈ ਉਹਨੂੰ ਇਹੀ ਭਾਉਂਦਾ ਹੈ। ਤੈਨੂੰ ਉਸਨੇ ਜਿਸ ਵੀ ਕੰਮ ਕਾਜ ਵਿੱਚ ਲਾਇਆ ਹੈ, ਤੂੰ ਮਤ ਸਮਝ ਇਹ ਕੰਮ ਮੈਂ ਕਰਦਾ ਹਾਂ, ਉਸਨੇ ਤੈਨੂੰ ਇਸ ਕੰਮ ਵਿੱਚ ਲਾਇਆ ਹੈ। ਜਿੱਥੇ ਜਿੱਥੇ ਵੀ ਸਾਨੂੰ ਲਾਇਆ ਹੈ, ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ। ਸਿਰੈ ਸਿਰ ਦਾ ਅਰਥ ਹੈ ਯੋਗ। ਜਿਹੜਾ ਜਿਸ ਯੋਗ ਸੀ ਉਹਨੂੰ ਉਸੇ ਕੰਮ ਦੇ ਵਿੱਚ ਲਾ ਦਿੱਤਾ ਹੈ। ਤੂੰ ਇਸ ਦੇ ਹੀ ਯੋਗ ਸੀ, ਤੂੰ ਇਹੀ ਕਰਨਾ ਹੈ। ਅਸੀਂ ਕਈ ਵਾਰ ਦੂਸਰੇ ਦੇ ਕੰਮ ਵੱਲ ਦੇਖ ਕੇ ਝੂਰਦੇ ਹਾਂ, ਦੁਖੀ ਹੁੰਦੇ ਹਾਂ। ਇਸ ਕੋਲ ਇੰਨਾ ਵਧੀਆ ਕੰਮ ਕਿਉਂ ਹੈ, ਸਾਡੇ ਕੋਲ ਕਿਉਂ ਨਹੀਂ? ਇਹ ਇਸ ਪੋਸਟ ਤੇ ਕਿਉਂ ਹੈ, ਅਸੀਂ ਕਿਉਂ ਨਹੀਂ? ਇਹ ਐਡਾ ਵੱਡਾ ਕੰਮ ਕਾਜ ਕਰ ਸਕਦਾ ਹੈ, ਅਸੀਂ ਕਿਉਂ ਨਹੀਂ? ਇਹ ਮਨੁੱਖ ਦੀ ਫਿਤਰਤ ਹੈ, ਮਨੁੱਖ ਦੀ ਸੋਚ ਹੈ।
परमात्मा ने मनुख ਨੂੰ ਜਿੱਥੇ ਲਾਣਾ ਹੈ ਉਸਨੇ ਇੱਥੇ ਲੱਗਣਾ ਹੈ। ਲੱਖ ਕੋਸ਼ਿਸ਼ ਕਰੇ, ਅਸੀਂ ਉਸ ਨੂੰ ਜਿੱਥੇ ਲਾਣ ਦੀ ਕੋਸ਼ਿਸ਼ ਵੀ ਕਰੀਏ ਨਹੀਂ ਲੱਗ ਸਕੇਗਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ ਜੀਵਨ ਤੁਸੀਂ ਪੜ੍ਹੋ ਜਾਂ YouTube ਤੇ ਸੁਣੋ। ਉਹ ਕਹਿੰਦੇ ਨੇ, ਮੈਂ ਛੋਟਾ ਜਿਹਾ ਸੀ, ਪੜ੍ਹਾਈ ਵਿੱਚ ਮੇਰਾ ਦਿਲ ਨਾ ਲੱਗਣਾ। ਪਿਤਾ ਨੇ ਰੇਲਵੇ ਵਿੱਚ ਨੌਕਰੀ ਦਿਵਾ ਦਿੱਤੀ, 2 ਕੁ ਮਹੀਨੇ ਮਸਾਂ ਕੀਤੀ, ਛੱਡ ਕੇ ਆ ਗਿਆ। ਫਿਰ ਇੱਕ ਸਿਕਿਉਰਿਟੀ ਗਾਰਡ ਦੀ ਨੌਕਰੀ ਮਿਲ ਗਈ। ਸਰੀਰ ਕਰਕੇ ਕਿਸੇ ਦਰ ਤੇ ਬੈਠਾ ਹੋਣਾ, ਮਨ ਕਰਕੇ ਕਿਸੇ ਦਰ ਤੇ ਬੈਠਾ ਹੋਣਾ। ਅੰਦਰੋਂ ਆਵਾਜ਼ ਉੱਠਣੀ, ਇਹ ਕੰਮ ਤੇਰਾ ਨਹੀਂ ਹੈ, ਜਿਹੜਾ ਤੂੰ ਕਰ ਰਿਹਾ ਤੇਰਾ ਕੰਮ ਨਹੀਂ ਹੈ, ਤੂੰ ਕੁਛ ਹੋਰ ਕਰਨਾ। ਪਿਤਾ ਜੀ ਨੇ ਕਹਿਣਾ, ਤੂੰ ਬਸ ਡੰਗਰੀ ਚਾਰੇਗਾ, ਕੁਛ ਨਹੀਂ ਕਰਨਾ, ਤੂੰ ਨਖੱਟੂ ਹੈ। ਜਿਸ ਤਰ੍ਹਾਂ ਪਿਤਾ ਦਾ ਸੁਭਾਅ ਹੁੰਦਾ ਹੀ ਹੈ। ਭਾਵਨਾ ਮਾੜੀ ਨਹੀਂ ਹੁੰਦੀ ਪਿਤਾ ਦੀ, ਸੁਭਾਅ ਦੇ ਮੁਤਾਬਕ ਹਰ ਪਿਤਾ ਆਪਣੇ ਪੁੱਤਰ ਨੂੰ ਕੁਛ ਕਰਦਾ ਦੇਖਣਾ ਚਾਹੁੰਦਾ ਹੈ। ਮਸਕੀਨ ਜੀ ਕਹਿੰਦੇ ਨੇ, ਮੈਂ ਕਈ ਵਾਰ ਇਕੱਲਿਆਂ ਰੋਣਾ, ਮੈਂ ਕਰਾਂ ਕਿ ਮੇਰਾ ਦਿਲ ਨਹੀਂ ਲੱਗਦਾ। ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ, ਜੋ ਤੂੰ ਕਰਦਾ ਹੈ ਉਹ ਨਹੀਂ ਤੇਰਾ ਕੰਮ, ਤੇਰਾ ਕੰਮ ਕੋਈ ਹੋਰ ਹੈ। ਸਾਰੇ ਘਰ ਦੇ ਵੀ ਦੁਖੀ, ਮਾਂ ਵੀ ਦੁਖੀ, ਭੈਣ ਵੀ ਦੁਖੀ, ਪਿਤਾ ਵੀ ਦੁਖੀ, ਕਰਦਾ ਕੁਛ ਨਹੀਂ। ਆਖਰ ਅੱਧੀ ਰਾਤ ਨੂੰ ਆਪਣੇ ਪਿਤਾ ਨੂੰ, ਮਾਂ ਨੂੰ, ਭੈਣ ਨੂੰ ਸੁੱਤਿਆਂ ਪਿਆਂ ਛੱਡ ਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਨਿਕਲ ਗਏ। ਕਈ ਸਾਲਾਂ ਬਾਅਦ ਵਾਪਸ ਮੁੜੇ। ਪਿਤਾ ਜੀ ਅਕਾਲ ਚਲਾਣਾ ਕਰ ਚੁੱਕੇ ਸਨ, ਭੈਣ ਦਾ ਵਿਆਹ ਹੋ ਚੁੱਕਾ ਸੀ, ਇਕੱਲੀ ਮਾਂ ਸੀ। ਕਿੱਥੋਂ ਤੱਕ ਪਹੁੰਚੇ ਮਸਕੀਨ ਜੀ, ਇਹ ਤੁਸੀਂ ਸਾਰੇ ਜਾਣਦੇ ਹੋ। ਮਨੁੱਖ ਉਸੇ ਕੰਮ ਦੇ ਵਿੱਚ ਤਰੱਕੀ ਕਰਦਾ ਹੈ ਜੋ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ। ਉਹ ਛੱਡ ਕੇ ਮਨੁੱਖ ਜੋ ਮਰਜ਼ੀ ਕਰੇ ਤਰੱਕੀ ਨਹੀਂ ਕਰ ਸਕਦਾ, ਸਫਲਤਾ ਨਹੀਂ ਹਾਸਲ ਕਰ ਸਕਦਾ। ਮੈਂ ਜਿਸ ਵਿਦਿਆਲੇ ਵਿੱਚ ਰਹਿੰਦਾ ਸੀ ਉੱਥੇ ਕੀਰਤਨ ਸਿਖਾਇਆ ਜਾਂਦਾ ਸੀ, ਕੀਰਤਨ, ਗੁਰਮਤਿ ਸੰਗੀਤ ਸਿਖਾਇਆ ਜਾਂਦਾ ਸੀ। ਚੰਗੇ ਚੰਗੇ ਉਸਤਾਦਾਂ ਤੋਂ ਸਿੱਖਿਆ, ਬੜੀ ਮਿਹਨਤ ਕੀਤੀ, ਪਰ ਮੇਰੇ ਅੰਦਰ ਵਾਰ-ਵਾਰ ਖਿਆਲ ਉੱਠਦਾ ਸੀ ਕਿ ਤੂੰ ਕਥਾ ਕਰ, ਤੂੰ ਕਥਾ ਕਰ। ਜਦੋਂ ਕੋਈ ਕਥਾ ਕਰਦਾ ਸੀ ਮੈਨੂੰ ਬੜਾ ਚੰਗਾ ਲੱਗਦਾ ਸੀ। ਕੀਰਤਨ ਵਿੱਚੋਂ ਮੈਨੂੰ ਉਨਾ ਆਨੰਦ ਨਹੀਂ ਸੀ ਆਉਂਦਾ ਜਿੰਨਾ ਮੈਨੂੰ ਕਥਾ ਵਿੱਚੋਂ ਆਉਂਦਾ ਸੀ। ਢਾਡੀ ਸਿੰਘ ਆਉਣੇ, ਜਦੋਂ ਉਹਨਾਂ ਨੇ ਲੈਕਚਰ ਕਰਨਾ ਮੈਨੂੰ ਬੜਾ ਚੰਗਾ ਲੱਗਣਾ। ਕੁਝ ਸਿਆਣੇ ਬਜ਼ੁਰਗ ਬੈਠੇ, ਪਾਠੀ ਸਿੰਘ ਬੈਠੇ, ਰਾਗੀ ਸਿੰਘ ਬੈਠੇ, ਉਹਨਾਂ ਨੇ ਬੈਠ ਕੇ ਜਦੋਂ ਆਪਸ ਵਿੱਚ ਵਿਚਾਰਾਂ ਕਰਨੀਆਂ ਮੈਨੂੰ ਬੜੀਆਂ ਚੰਗੀਆਂ ਲੱਗਣੀਆਂ। ਮੈਂ ਨੋਟ ਕਰੀ ਜਾਣੀਆਂ, ਆਹ ਗੱਲ ਅੱਜ ਨਵੀਂ ਮਿਲ ਗਈ, ਆਹ ਗੱਲ ਅੱਜ ਨਵੀਂ ਮਿਲ ਗਈ, ਬੜਾ ਮਨ ਖੁਸ਼ ਹੋਣਾ। ਤੇ ਇਸ ਤਰ੍ਹਾਂ ਜਿਹੜਾ ਧਿਆਨ ਸੀ ਮੇਰਾ ਕਥਾ ਵੱਲ ਨੂੰ ਜ਼ਿਆਦਾ ਸੀ। ਜਦੋਂ 4 ਬੰਦਿਆਂ ਵਿੱਚ ਬੈਠਣਾ, ਗੱਲ ਸਿਆਣੀ ਕਰਨ ਦੀ ਕੋਸ਼ਿਸ਼ ਕਰਨੀ, ਉਹਨਾਂ ਨੇ ਕਹਿਣਾ ਵੀ ਮੁੰਡਾ ਗੱਲ ਬੜੀ ਵਧੀਆ ਕਰਦਾ ਹੈ, ਬੜੀ ਸਿਆਣੀ ਗੱਲ ਕਰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਦਾ ਬੜਾ ਪ੍ਰਭਾਵ ਸੀ। ਮਹੀਨੇ ਬਾਅਦ ਉਹਨਾਂ ਦੀ ਕਥਾ ਆਉਂਦੀ ਸੀ, ਉਹ ਬੜੇ ਚਾਅ ਨਾਲ ਸੁਣਨੇ। ਫਿਰ ਹੌਲੀ ਹੌਲੀ ਗਰੀਬੀ ਦਾ ਵੇ ਕੈਸਟਾਂ ਖਰੀਦੀਆਂ, ਇੱਕ ਇੱਕ ਕੈਸਟ 100 ਵਾਰੀ ਸੁਣ ਕੇ ਫੀਤੇ ਘਸਾ ਸੁੱਟੇ। ਕਹਿਣ ਤੋਂ ਮੁਰਾਦ ਅੰਦਰ ਵਾਰ-ਵਾਰ ਆਵਾਜ਼ ਆਉਂਦੀ ਸੀ ਕਿ ਤੂੰ ਕਥਾ ਕਰ, ਕਥਾ ਕਰ। ਤੇ ਸਮੇਂ ਦੇ ਲਿਹਾਜ਼ ਦੇ ਨਾਲ ਮੋੜ ਮੁੜਿਆ। ਕੀਰਤਨ ਦੇ ਵਿੱਚ ਜਦੋਂ ਕਥਾ ਕਰਨੀ ਸੰਗਤ ਨੇ ਪਸੰਦ ਬੜੀ ਕਰਨੀ। ਸੰਗਤ ਨੇ ਕਹਿਣਾ ਤੂੰ ਗੱਲਾਂ ਬਹੁਤ ਵਧੀਆ ਕਰਦਾ, ਇਹ ਕਿੱਥੋਂ ਸਿੱਖੀਆਂ ਤੂੰ, ਹੋਰ ਵੀ ਉਤਸ਼ਾਹ ਮਿਲਣਾ। ਫਿਰ ਇੱਕ ਮੈਂ ਮਹਾਂਪੁਰਖਾਂ ਕੋਲ ਰਹਿੰਦਾ ਹੁੰਦਾ ਸੀ, ਗਿਆਨੀ ਸਿੰਘ ਕਿਤੇ ਗਏ ਹੋਏ ਸੀ। ਉਹ ਮੈਨੂੰ ਕਹਿਣ ਲੱਗੇ, ਗਿਆਨੀ ਜੀ ਸਵੇਰੇ ਤੁਸੀਂ ਨਿਤਨੇਮ ਕਰਦੇ ਹੋ, ਹੈਡ ਗ੍ਰੰਥੀ ਸਾਹਿਬ ਕਿਤੇ ਗਏ ਹੋਏ ਨੇ। ਮੈਂ 5 ਬਾਣੀਆਂ ਦਾ ਨਿਤਨੇਮ ਕਰਕੇ ਉਸ ਤੋਂ ਬਾਅਦ ਕੁਝ ਵਿਚਾਰਾਂ ਆਪਣੇ ਆਪ ਹੀ ਸ਼ੁਰੂ ਕਰ ਦਿੱਤੀਆਂ। ਪਹਿਲਾਂ ਕੀਰਤਨ ਦੇ ਵਿੱਚ ਥੋੜ੍ਹੀ ਥੋੜ੍ਹੀ ਵਿਚਾਰ ਦਿੰਦਾ ਸੀ, ਪਰ ਏਡਾ ਅਭਿਆਸ ਨਹੀਂ ਸੀ। ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲ ਗਿਆ, ਉਹ ਸੰਤ ਬਜ਼ੁਰਗ ਸੀ, ਬਾਬਾ ਜਵਾਲਾ ਸਿੰਘ ਜੀ ਦੇ ਉਹ ਸੇਵਕ ਸੀ ਹਰਖਵਾਲੀਆਂ ਦੇ। ਉਹਨਾਂ ਨੂੰ ਕੈਂਸਰ ਹੋ ਗਈ ਸੀ, ਉਹ ਠੀਕ ਨਹੀਂ ਸੀ ਵਿਚਾਰੇ, ਬੜੇ ਚੰਗੇ ਮਹਾਂਪੁਰਖ ਸੀ। ਮੰਜੇ ਤੇ ਪਏ ਸਨ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਜਰਾ ਮੇਰੇ ਕੋਲ ਆਓ। ਮੈਂ ਕਿਹਾ ਜੀ ਹੁਕਮ ਕਰੋ। ਕਹਿਣ ਲੱਗੇ, ਕੱਲ੍ਹ ਤੋਂ ਨਾ ਕਥਾ ਸ਼ੁਰੂ ਕਰ ਦਿਓ, ਸੁਖਮਨੀ ਸਾਹਿਬ ਦੀ ਕਰ ਦਿਓ, ਜਪਜੀ ਸਾਹਿਬ ਦੀ ਕਰ ਦਿਓ, ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਕਥਾ ਸ਼ੁਰੂ ਕਰ ਦਿਓ ਕੱਲ੍ਹ ਨੂੰ। ਗਿਆਨੀ ਸਿੰਘ ਆਉਣਗੇ, ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ। ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣਾਇਆ ਕਰਨਗੇ, ਤੁਸੀਂ ਕਥਾ ਸ਼ੁਰੂ ਕਰੋ। ਮੈਂ ਕਿਹਾ ਜੀ ਸਤ ਬਚਨ। ਇਹ ਗੱਲ 98 ਦੀ ਹੋਣੀ ਹੈ ਜਾਂ 99 ਦੀ ਹੋਏਗੀ
ਤਕਰੀਬਨ 20 ਕੁ ਸਾਲ ਪਹਿਲਾਂ। ਬਸ ਉੱਥੋਂ ਫਿਰ ਮੈਂ ਤੁਰਿਆ। ਮਿਹਨਤ ਮੈਂ ਬਹੁਤ ਜ਼ਿਆਦਾ ਕੀਤੀ। ਸਾਰਾ ਦਿਨ ਮੈਂ ਪੜ੍ਹਨਾ, ਸਾਰਾ ਦਿਨ ਬਾਣੀ ਯਾਦ ਕਰਨੀ, ਪ੍ਰਮਾਣ ਇਕੱਠੇ ਕਰਨੇ, ਲਿਖਣੇ, ਭਾਈ ਗੁਰਦਾਸ ਜੀ ਦੇ ਕਵਿੱਤ, ਵਾਰਾਂ, ਬਹੁਤ ਮਿਹਨਤ ਕੀਤੀ। ਤਕਰੀਬਨ 5-6 ਸਾਲ 7 ਸਾਲ ਇੰਨੀ ਮਿਹਨਤ ਕੀਤੀ, ਬਹੁਤ ਜ਼ਿਆਦਾ। ਫਿਰ ਚਲੋ ਹੌਲੀ ਅਭਿਆਸ ਹੋ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਕਥਾ ਵਿੱਚ ਕੋਈ ਬਹੁਤੀ ਤਰੱਕੀ ਨਹੀਂ ਕੀਤੀ, ਇਸ ਵਿੱਚ ਕੋਈ ਸ਼ੱਕ ਨਹੀਂ। ਨਾ ਕੋਈ ਮੈਂ ਬਹੁਤਾ ਨਾਮਣਾ ਹੀ ਖੱਟਿਆ, ਨਾ ਕੋਈ ਕਥਾ ਦੇ ਨਾਲ ਕੋਈ ਬਹੁਤਾ ਪੈਸਾ ਹੀ ਕਮਾਇਆ। ਇਹਦੇ ਵਿੱਚ ਮੈਂ ਨਾ ਕੋਈ ਏਡਾ ਵਿਦਵਾਨ ਹੀ ਬਣ ਸਕਿਆ, ਇਹ ਵੀ ਨਹੀਂ ਕੁਛ। ਪਰ ਬਸ ਇੱਕੋ ਚੀਜ਼ ਮਿਲੀ ਕਥਾ ਵਿੱਚੋਂ, ਮਨ ਦੀ ਸੰਤੁਸ਼ਟੀ, ਮਨ ਦੀ ਸ਼ਾਂਤੀ। ਹੁਣ ਜਦੋਂ ਕਥਾ ਮੈਂ ਕਰਦਾ ਹਾਂ, ਬਸ ਮਨ ਨੂੰ ਆਨੰਦ ਆਉਂਦਾ ਹੈ, ਮਨ ਗਦਗਦ ਹੋ ਜਾਂਦਾ ਕਥਾ ਕਰਕੇ। ਇਸ ਲਈ ਉਹ ਜਿਹੜੀ ਚੀਜ਼ ਮੇਰੇ ਅੰਦਰ ਸੀ, ਉਹ ਇੱਕ ਦਿਨ ਪ੍ਰਗਟ ਹੋਈ। ਗੁਰੂ ਨੇ ਪ੍ਰਗਟ ਕੀਤੀ ਉਹ ਚੀਜ਼। ਗੁਰੂ ਨੇ ਕਿਹਾ ਨਹੀਂ ਤੂੰ ਕਥਾ ਕਰ। ਕੀਰਤਨ ਦੀ, ਗੁਰਮਤਿ ਸੰਗੀਤ ਦੀ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ, ਲੇਕਿਨ ਗੁਰੂ ਸਾਹਿਬ ਨੇ ਉਹ ਚੀਜ਼ ਨੂੰ ਦੱਬ ਦਿੱਤਾ। ਉਹ ਪਾਸਾ ਛੱਡ ਕੇ ਕੀਰਤਨ ਕਰ ਲਈਦਾ, ਇੱਦਾਂ ਦੀ ਗੱਲ ਨਹੀਂ ਹੈ, ਪਰ ਉਹ ਅਭਿਆਸ ਦੀ ਚੀਜ਼ ਹੈ, ਉਹ ਛੱਡ ਦਿੱਤਾ ਅਭਿਆਸ। ਸੋ ਮੇਰੇ ਕਹਿਣ ਦਾ ਅਰਥ ਸਿਰਫ ਇੰਨਾ ਹੀ ਹੈ ਕਿ ਜੋ ਮਨੁੱਖ ਕਰਦਾ ਹੈ ਇਹ ਮਾਲਕ ਨੂੰ ਪਾਉਂਦਾ ਹੈ। ਮੈਂ ਕਹਾਂ ਮੈਂ ਕਥਾ ਕਰਦਾ, ਇਹ ਗਲਤ ਹੈ। ਨਹੀਂ, ਪਰਮਾਤਮਾ ਨੂੰ ਇਹੀ ਪਾਉਂਦਾ ਸੀ ਤੂੰ ਕਥਾ ਕਰ। ਕੋਈ ਚੰਗਾ ਕੀਰਤਨੀਆ ਹੈ, ਉਹ ਕਹੇ ਮੈਂ ਕੀਰਤਨ ਕਰਦਾ ਹਾਂ, ਨਹੀਂ, ਪਰਮਾਤਮਾ ਨੂੰ ਇਹੀ ਪਾਉਂਦਾ ਸੀ ਤੂੰ ਕੀਰਤਨ ਕਰ। ਕੋਈ ਵਕੀਲ ਹੈ, ਕੋਈ ਜੱਜ ਹੈ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਜੋ ਵੀ ਹੈ, ਉਹ ਮਤ ਸਮਝੇ ਮੈਂ ਕਰਦਾ, ਨੇ ਰੱਬ ਨੂੰ ਇਹੀ ਪਾਉਂਦਾ ਸੀ ਤੂੰ ਇਹੀ ਕਰਨਾ ਹੈ। ਸਾਡੇ ਕੇ ਕਥਾਵਾਚਕ ਵੀਰ ਪੱਕੇ ਹੋ ਕੇ ਕਥਾ ਛੱਡ ਕੇ ਕੁਝ ਹੋਰ ਕਰਨ ਲੱਗੇ, ਕੁਝ ਹੋਰ ਕਾਮਯਾਬ ਹੋਏ ਹੀ ਨਹੀਂ। ਕੁਝ ਥੋੜ੍ਹੇ ਜਿਹੇ ਇੰਗਲਿਸ਼ ਬੋਲ ਲੈਂਦੇ ਸੀ, ਉਹਨਾਂ ਦਾ ਅੰਗਰੇਜ਼ੀ ਦਾ ਉਹਨਾਂ ਨੂੰ ਮਾਣ ਸੀ ਕਿ ਅਸੀਂ ਜੀ ਇੰਗਲਿਸ਼ ਬੋਲ ਲੈਂਦੇ ਹਾਂ, ਅਸੀਂ ਜਿਹੜਾ ਮਰਜ਼ੀ ਕੰਮ ਕਰ ਸਕਦੇ ਹਾਂ। ਕੋਈ ਕਾਮਯਾਬ ਨਹੀਂ ਹੋਇਆ। ਮੁੜ ਘਿੜ ਕੇ ਉਹਨਾਂ ਨੂੰ ਫਿਰ ਕਥਾ ਹੀ ਕਰਨੀ ਪਈ। ਜੋ ਮਾਲਕ ਨੂੰ ਭਾਉਂਦਾ ਬਸ ਉਹੀ ਕਰਨਾ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਸਾਰੇ ਛਾਲਾਂ ਮਾਰਦੇ ਨੇ, ਪਰ ਜੋ ਮਾਲਕ ਨੂੰ ਚੰਗਾ ਲੱਗਦਾ ਹੁੰਦਾ ਉਹੀ ਕੁਛ ਹੈ। ਇੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੋਈ ਕਰਨਾ ਜੇ ਆਪ ਕਰਾਏ। ਅਸੀਂ ਉਹੀ ਕਰਨਾ ਹੈ ਜੋ ਮਾਲਕ ਨੂੰ ਭਾਉਂਦਾ ਹੈ ਜੀ। ਜਿੱਥੇ ਰੱਖੈ ਸਾ ਭਲੀ ਜਾਏ। ਜਿੱਥੇ ਵੀ ਰੱਖਦਾ ਹੈ ਮਾਲਕ, ਬਸ ਉਹੀ ਜਗ੍ਹਾ ਚੰਗੀ ਹੈ। ਜਿਸ ਹਾਲਾਤ ਵਿੱਚ ਰੱਖਦਾ ਹੈ, ਗੁਰੂ ਜੀ ਕਹਿੰਦੇ ਨੇ ਮੈਂ ਉੱਥੇ ਹੀ ਸੰਤੁਸ਼ਟ ਹਾਂ। ਮੈਨੂੰ ਸਮਝ ਆ ਗਈ ਹੈ ਕਿ ਮੈਂ ਇਸ ਦੇ ਹੀ ਯੋਗ ਸਾਂ, ਮੈਂ ਇੰਨਾ ਹੀ ਯੋਗ ਸਾਂ, ਇਸ ਤੋਂ ਵਧੇਕ ਮੇਰੇ ਅੰਦਰ ਯੋਗਤਾ ਹੀ ਨਹੀਂ ਸੀ, ਇਸ ਲਈ ਮੈਂ ਇੱਥੇ ਹੀ ਖੁਸ਼ ਹਾਂ, ਮੈਂ ਇੱਥੇ ਹੀ ਸੰਤੁਸ਼ਟ ਹਾਂ। ਅਗਰ ਮੈਂ ਇਸ ਤੋਂ ਵਧਣਾ ਹੈ, ਮੈਨੂੰ ਮਾਲਕ ਨੇ ਵਧਾ ਦੇਣਾ ਹੈ। ਜੇ ਉਦਮ ਕਰਾ ਰਿਹਾ ਹੈ, ਉਹੀ ਕਰਵਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਮੈਨੂੰ ਜਿਸ ਜਗ੍ਹਾ, ਜਿਸ ਹਾਲਤ ਵਿੱਚ ਪਰਮਾਤਮਾ ਨੇ ਰੱਖਿਆ ਹੈ, ਮੇਰੇ ਵਾਸਤੇ ਉਹੀ ਹਾਲਾਤ ਭਲੇ ਹਨ, ਚੰਗੇ ਹਨ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮਿੱਠਾ ਜੀਓ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਉਹੀ ਸਿਆਣਾ ਪੁਰਸ਼ ਹੈ, ਉਹੀ ਇੱਜ਼ਤ ਵਾਲਾ ਹੈ, ਜਿਸ ਨੂੰ ਪਰਮਾਤਮਾ ਦਾ ਹੁਕਮ ਮਿੱਠਾ ਲੱਗਦਾ ਹੈ। ਹੇ ਮਾਲਕ ਜੀ, ਜੋ ਕਰ ਰਿਹਾ ਹਾਂ, ਜਿਸ ਹਾਲਾਤ ਵਿੱਚੋਂ ਗੁਜ਼ਰ ਰਿਹਾ ਹਾਂ, ਇਹ ਤੇਰਾ ਹੀ ਹੁਕਮ ਸੀ, ਇਹ ਤੇਰੀ ਰਜ਼ਾ ਸੀ, ਇਹ ਤੇਰਾ ਹੀ ਭਾਣਾ ਸੀ। ਮੈਨੂੰ ਪਿਆਰਾ ਲੱਗਦਾ ਹੈ, ਮੈਨੂੰ ਚੰਗਾ ਲੱਗਦਾ ਹੈ। ਮੈਂ ਤੇਰੇ ਹੁਕਮ ਨਾਲ ਟੱਕਰ ਨਹੀਂ ਲੈ ਸਕਦਾ, ਤੇਰੇ ਹੁਕਮ ਨਾਲ ਮੱਥਾ ਨਹੀਂ ਲੈ ਸਕਦਾ। ਗੁਰੂ ਕਹਿੰਦੇ ਨੇ ਜਿਸ ਨੂੰ ਉਸ ਦਾ ਹੁਕਮ ਪਿਆਰਾ ਲੱਗਦਾ ਹੈ, ਜਿਹੜਾ ਆਪਣੀ ਥਾਂ ਤੇ ਸੰਤੁਸ਼ਟ ਹੈ, ਬਸ ਉਹੀ ਸਿਆਣਾ ਹੈ, ਉਹੀ ਇੱਜ਼ਤ ਵਾਲਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਸਭ ਪਰੋਏ ਇਕਤ ਧਾਗੈ। ਸੱਚੇ ਪਾਤਸ਼ਾਹ ਜੀ ਆਖਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਇੱਕੋ ਧਾਗੇ ਵਿੱਚ ਪਰੋਏ ਹੋਏ ਹਨ। ਅਸੀਂ ਸਾਰੇ ਜੀਵਾ ਰੂਪੀ ਮੋਤੀ ਉਸ ਪਰਮਾਤਮਾ ਦੇ ਹੁਕਮ ਰੂਪੀ ਧਾਗੇ ਦੇ ਵਿੱਚ ਪਰੋਏ ਹੋਏ ਹਾਂ। ਕੋਈ ਵੀ ਬਾਹਰ ਨਹੀਂ ਹੈ, ਧਾਗੇ ਤੋਂ ਬਾਹਰ ਨਹੀਂ ਹੈ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ।
ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੋ ਕੁਝ ਹੋ ਰਿਹਾ ਉਸ ਦੀ ਰਜ਼ਾ ਵਿੱਚ ਹੋ ਰਿਹਾ, ਉਸ ਦੇ ਹੁਕਮ ਵਿੱਚ ਹੋ ਰਿਹਾ। ਜੋ ਹੋਇਆ ਹੈ ਇਹ ਹੋਣਾ ਹੀ ਸੀ, ਜੋ ਹੋਣਾ ਹੈ ਉਹ ਹੋਣਾ ਹੀ ਹੋਣਾ ਹੈ। ਸਾਡੇ ਕੀਤਿਆਂ ਕੁਝ ਹੋਇਆ ਨਹੀਂ, ਸਾਡੇ ਕੀਤਿਆਂ ਕੁਝ ਹੋਣਾ ਨਹੀਂ ਹੈ। ਮਹਾਰਾਜ ਕਹਿੰਦੇ ਹਨ ਇਹੀ ਉਸ ਦਾ ਹੁਕਮ ਹੈ, ਇਹੀ ਉਸ ਦੀ ਰਜ਼ਾ ਹੈ, ਇਹੀ ਉਸ ਦਾ ਭਾਣਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਸਾਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਹੁਕਮ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ ਜੀ। ਜਿਸ ਲਾਏ ਲਏ ਸੋ ਚਰਣੇ ਲਾਗੈ। ਪਰ ਜਿਸ ਨੂੰ ਉਹ ਮਾਲਕ ਚਾਹਵੇ ਉਸ ਨੂੰ ਆਪਣੇ ਚਰਨਾਂ ਨਾਲ ਜੋੜ ਦਿੰਦਾ ਹੈ, ਉਸ ਨੂੰ ਆਪਣੇ ਨਾਲ ਜੋੜ ਦਿੰਦਾ ਹੈ। ਬਾਕੀ ਵੀ ਜਿੱਥੇ ਜਿੱਥੇ ਲੱਗੇ ਹੋਏ ਹਨ ਉਹ ਮਾਲਕ ਨੇ ਲਾਏ ਹੋਏ ਨੇ, ਪਰ ਜਿਸ ਨੂੰ ਉਹ ਚਾਹੁੰਦਾ ਹੈ ਇਸ ਨੂੰ ਮੈਂ ਆਪਣੇ ਚਰਨਾਂ ਨਾਲ ਲਾ ਲਵਾਂ, ਉਹ ਲੱਗ ਜਾਂਦਾ ਹੈ। ਕੋਈ ਉਸ ਦੀ ਭਗਤੀ ਵਿੱਚ ਸਿਮਰਨ ਵਿੱਚ ਜੁੜਿਆ ਹੈ, ਉਹ ਆਪਣੇ ਆਪ ਨਹੀਂ। ਮਹਾਰਾਜ ਕਹਿੰਦੇ ਨੇ ਆਪ ਜਪਾਏ ਜਪੈ ਸੋ ਨਾਮ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਸ ਤੋਂ ਜਪਾਂਦਾ ਹੈ ਬਸ ਉਹੀ ਜਪਦਾ ਹੈ, ਜਿਸ ਤੋਂ ਗਵਾਉਂਦਾ ਹੈ ਬਸ ਉਹੀ ਗਾਉਂਦਾ ਹੈ, ਦੂਸਰਾ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਕਰਦੇ ਹਨ। ਊਂਦ ਕਵਲ ਜਿਸ ਹੋਏ ਪਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਸਤਿਗੁਰੂ ਕਹਿੰਦੇ ਨੇ ਊਂਦ ਕਮਲ, ਸਾਡੇ ਹਿਰਦੇ ਦਾ ਕੌਲ ਜਿਹੜਾ ਊਂਦ ਮੁੱਦਾ ਪਿਆ ਹੋਇਆ ਹੈ, ਜਿਹੜਾ ਊਂਦ ਕਮਲ ਪ੍ਰਕਾਸ਼ਵਾਨ ਹੋ ਜਾਂਦਾ ਹੈ, ਜਿਸ ਦਾ ਮੂੰਹ ਉੱਪਰ ਨੂੰ ਹੋ ਜਾਂਦਾ ਹੈ, ਜਿਸ ਦਾ ਮੂੰਹ ਸਿੱਧਾ ਹੋ ਜਾਂਦਾ ਹੈ। ਸਾਡੀ ਸੁਰਤ ਦਾ, ਸਾਡੇ ਧਿਆਨ ਦਾ ਕੌਲ ਫੁੱਲ ਇਹ ਮੁੱਦਾ ਪਿਆ ਹੋਇਆ ਹੈ, ਸੰਸਾਰ ਦੀ ਤਰਫ ਪਿਆ ਹੋਇਆ ਹੈ, ਇਹ ਮੋਹ ਮਾਇਆ ਦੀ ਤਰਫ ਪਿਆ ਹੋਇਆ ਹੈ, ਇਹ ਨਿਰੰਕਾਰ ਦੀ ਤਰਫ ਨਹੀਂ ਹੈ, ਪਰਮਾਤਮਾ ਦੀ ਤਰਫ ਇਹ ਨਹੀਂ ਹੈ। ਭਾਂਡਾ ਮੁੱਦਾ ਪਿਆ ਹੋਵੇ, ਕਿੰਨੀ ਵਰਖਾ ਪੈ ਰਹੀ ਹੋਵੇ, ਕਦੇ ਭਾਰੀ ਨਹੀਂ ਸਕਦਾ। ਇੱਕ ਬੂੰਦ ਵੀ ਉਸ ਭਾਂਡੇ ਵਿੱਚ ਨਹੀਂ ਪੈਣੀ। ਕਿਉਂ? ਕਿਉਂਕਿ ਮੁੱਦਾ ਹੈ। ਭਾਂਡਾ ਸਿੱਧਾ ਕਰ ਦਿਓ, ਬਹੁਤਾ ਲੰਬਾ ਸਮਾਂ ਵਰਖਾ ਵਿੱਚ ਰੱਖਣ ਦੀ ਵੀ ਲੋੜ ਨਹੀਂ ਪੈਂਦੀ। ਅਗਰ ਭਾਂਡਾ ਮੁੱਦਾ ਹੈ, ਕਈ ਯੁੱਗ ਵੀ ਉਸ ਨੂੰ ਵਰਖਾ ਵਿੱਚ ਰੱਖੀ ਛੱਡੋ ਤੇ ਕਹੋ ਕਿ ਭਾਂਡਾ ਭਰਦਾ ਹੀ ਨਹੀਂ, ਕੌਣ ਦੱਸੇ ਭਾਂਡਾ ਮੁੱਦਾ ਹੈ। ਸਾਡੀ ਸੁਰਤ ਦਾ ਭਾਂਡਾ ਜਿੰਨਾ ਚਿਰ ਮੁੱਦਾ ਹੈ, ਮੋਹ ਮਾਇਆ ਵੱਲ ਨੂੰ ਹੈ, ਸੰਸਾਰ ਵੱਲ ਨੂੰ ਹੈ, ਅਸੀਂ ਰਸ ਨਾਲ ਭਾਰੀ ਨਹੀਂ ਸਕਦੇ, ਆਨੰਦ ਨਾਲ ਭਾਰੀ ਨਹੀਂ ਸਕਦੇ। ਕਥਾ ਕਰਦਾ ਹਾਂ, ਸੁਰਤ ਦਾ ਭਾਂਡਾ ਮਾਇਆ ਵੱਲ ਨੂੰ ਮੁੱਦਾ ਹੈ, ਰਸ ਬਣੇਗਾ ਕਿੱਥੋਂ? ਕੀਰਤਨ ਕਰਦਾ ਹੈ, ਸੋਚਦਾ, ਸੁਰਤ ਦਾ, ਧਿਆਨ ਦਾ ਭਾਂਡਾ ਤੇ ਮਾਇਆ ਵੱਲ ਨੂੰ ਮੁੱਦਾ ਹੈ, ਰਸ ਬਣੇਗਾ ਕਿੱਥੋਂ? ਸੇਵਾ ਕਰਦਾ ਹੈ, ਧਿਆਨ ਦਾ ਭਾਂਡਾ ਤੇ ਧਿਆਨ ਦਾ ਕਮਲ ਤੇ ਇੱਛਾਵਾਂ ਵੱਲ ਨੂੰ ਮੁੱਦਾ ਪਿਆ ਹੋਇਆ ਹੈ। ਸੇਵਾ ਕਰਦਾ ਹੈ, ਪਤਾ ਨਹੀਂ ਇਸਦਾ ਕੁਝ ਮਿਲਣਾ ਹੈ, ਪਤਾ ਨਹੀਂ ਮਿਲਣਾ, ਬਸ ਮੈਂ ਹੀ ਸੇਵਾ ਕਰਦਾ ਹਾਂ, ਹੋਰ ਤੇ ਕੋਈ ਕਰਦਾ ਹੀ ਨਹੀਂ। ਭਾਂਡਾ ਤੇ ਹੋਰੇ ਪਾਸੇ ਨੂੰ ਮੁੱਦਾ ਹੈ, ਭਾਂਡੇ ਦਾ ਮੂੰਹ ਤੇ ਕਿਸੇ ਹੋਰੇ ਪਾਸੇ ਨੂੰ ਹੈ, ਭਰੇਗਾ ਕਿੱਥੋਂ? ਵਰਖਾ ਕਿਸੇ ਪਾਸੇ ਹੋ ਰਹੀ ਹੈ, ਭਾਂਡੇ ਦਾ ਮੂੰਹ ਕਿਸੇ ਪਾਸੇ ਨੂੰ ਹੈ, ਭਰੇਗਾ ਕਿਵੇਂ ਜੀ? ਬਸ ਗੁਰੂ ਕਹਿੰਦੇ ਨੇ ਆਪਣੇ ਧਿਆਨ ਦਾ, ਆਪਣੀ ਸੁਰਤ ਦਾ ਭਾਂਡਾ ਸਿੱਧਾ ਕਰ ਲਓ, ਮੂੰਹ ਸਿੱਧਾ ਕਰ ਲਓ। ਬਾਣੀ ਪੜ੍ਹਦੇ ਹਾਂ, ਕਿਤੇ ਐਸਾ ਤੇ ਨਹੀਂ ਭਾਂਡਾ ਮੂਧਾ ਵੱਜਾ ਹੋਇਆ ਹੈ। ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕਿਤੇ ਭਾਂਡਾ ਮੂਧਾ ਮਾਰ ਕੇ ਤੇ ਨਹੀਂ ਪੜ੍ਹੀ ਜਾ ਰਿਹਾ। ਰਸ ਬਣਦਾ ਕਿਉਂ ਨਹੀਂ? ਆਨੰਦ ਆਉਂਦਾ ਕਿਉਂ ਨਹੀਂ? ਜੇ ਸਾਡੇ ਜੀਵਨ ਵਿੱਚ ਰਸ ਨਹੀਂ, ਦੂਸਰੇ ਨੂੰ ਰਸ ਕਿੱਥੋਂ ਦੇ ਦਿਆਂਗੇ? ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ ਵੀ ਜੇ ਜੀਵਨ ਵਿੱਚ ਰਸ ਨਹੀਂ ਹੈ, ਆਨੰਦ ਨਹੀਂ ਹੈ, ਤਾਂ ਸਿੱਧਾ ਅਰਥ ਹੈ ਭਾਂਡਾ ਸਿੱਧਾ ਨਹੀਂ ਹੈ, ਅਜੇ ਕੌਲ ਫੁੱਲ ਸਿੱਧਾ ਨਹੀਂ ਹੋਇਆ, ਮੁੱਦਾ ਪਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਜਿਸ ਦਾ ਹਿਰਦਾ ਰੂਪੀ ਕੌਲ, ਧਿਆਨ ਰੂਪੀ ਕੌਲ ਸਿੱਧਾ ਹੋ ਗਿਆ ਹੈ, ਖਿੜ ਗਿਆ ਹੈ, ਪ੍ਰਕਾਸ਼ਵਾਨ ਹੋ ਗਿਆ ਹੈ, ਤਿਨ ਸਰਬ ਨਿਰੰਜਨ ਡੀਠਾ ਜੀਓ। ਉਸਨੇ ਸਾਰਿਆਂ ਵਿੱਚ ਮਾਇਆ ਦੀ ਕਾਲਖ ਤੋਂ ਰਹਿਤ ਪ੍ਰਮਾਤਮਾ ਦੇਖ ਲਿਆ ਹੈ, ਉਸਨੇ ਦੇਖ ਲਿਆ ਹੈ। ਜਿੰਨਾ ਚਿਰ ਭਾਂਡਾ ਮੁੱਦਾ ਸੀ ਆਪਣੇ ਵੱਲ ਨੂੰ, ਕਹਿੰਦਾ ਸੀ ਬਸ ਮੈਂ ਹੀ ਮੈਂ ਹਾਂ, ਦੂਸਰਾ ਹੈ ਹੀ ਕੌਣ? ਜਿੰਨਾ ਚਿਰ ਧਿਆਨ ਦਾ ਭਾਂਡਾ ਆਪਣੇ ਤਰਫ ਮੁੱਦਾ ਸੀ,
ਕਹਿੰਦਾ ਮੇਰਾ ਹੀ ਸਵਰਨਾ ਚਾਹੀਦਾ, ਦੂਸਰੇ ਦਾ ਕਿਉਂ ਸੰਵਰੇ। ਜਿੰਨਾ ਚਿਰ ਕੌਲ ਫੁੱਲ ਮੂਧਾ ਸੀ ਉਹਨਾਂ ਚਿਰ ਕਹਿੰਦਾ ਸੀ ਮੈਂ ਹੀ ਰੋਟੀ ਖਾਵਾਂ, ਦੂਸਰਾ ਕਿਉਂ ਖਾ ਜਾਏ। ਉਹਨਾਂ ਚਿਰ ਕਹਿੰਦਾ ਸੀ ਮੇਰਾ ਹੀ ਕੁਛ ਬਣੇ, ਦੂਸਰੇ ਦਾ ਕਿਉਂ ਬਣ ਜਾਏ। ਸਤਿਗੁਰੂ ਕਹਿੰਦੇ ਨੇ ਜਦੋਂ ਕੌਲ ਫੁੱਲ ਸਿੱਧਾ ਹੋ ਗਿਆ, ਹੁਣ ਸਾਰਿਆਂ ਵਿੱਚ ਹੀ ਰੱਬ ਦੇਖਦਾ, ਸਾਰਿਆਂ ਵਿੱਚ ਹੀ ਪ੍ਰਮਾਤਮਾ ਦੇਖਦਾ। ਕਹਿੰਦਾ ਹੁਣ ਮੇਰਾ ਵਿਗੜਦਾ ਪਿਆ ਵਿਗੜੇ, ਇਹਦਾ ਨਹੀਂ ਵਿਗੜਨਾ ਚਾਹੀਦਾ। ਹੁਣ ਤੇ ਕਿਸੇ ਦਾ ਵਿਗਾੜਾਂਗਾ ਬਸ ਰੱਬ ਦਾ ਹੀ ਵਿਗਾੜਾਂਗਾ, ਕਿਸੇ ਦਾ ਸਵਾਰਾਂਗਾ ਰੱਬ ਦਾ ਹੀ ਸਵਾਰਾਂਗਾ। ਇਸ ਤਰ੍ਹਾਂ ਦੀ ਸਤਿਗੁਰੂ ਕਹਿੰਦੇ ਨੇ ਅਵਸਥਾ ਉਦੋਂ ਬਣਦੀ ਹੈ ਜਦੋਂ ਹਿਰਦੇ ਦਾ ਕੌਲ ਫੁੱਲ ਸਿੱਧਾ ਹੋ ਜਾਂਦਾ ਹੈ। ਉਹ ਸਾਰਿਆਂ ਵਿੱਚ ਨਿਰੰਕਾਰ ਨੂੰ, ਪਰਮਾਤਮਾ ਨੂੰ ਦੇਖ ਲੈਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਹਨ। ਤੇਰੀ ਮਹਿਮਾ ਤੂੰ ਹੈ ਜਾਣ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਮਾਤਮਾ ਤੇਰੀ ਮਹਿਮਾ ਤੂੰ ਹੀ ਜਾਣਦਾ ਹੈ। ਤੂੰ ਕੀ ਕਰ ਰਿਹਾ ਹੈ, ਤੂੰ ਕੀ ਕਰਨਾ ਹੈ, ਦੂਸਰਾ ਨਹੀਂ ਜਾਣ ਸਕਦਾ। ਤੇਰੇ ਬਾਰੇ ਵਿੱਚ ਕੋਈ ਦੂਸਰਾ ਨਹੀਂ ਜਾਣ ਸਕਦਾ। ਵੱਡੇ ਵੱਡੇ ਰਿਸ਼ੀ ਮੁਨੀ ਤਪਸਵੀ ਸਮਾਧੀਆਂ ਲਾ ਲਾ ਕੇ ਥੱਕ ਗਏ ਨੇ, ਕੋਈ ਨਹੀਂ ਜਾਣ ਸਕਿਆ। ਜਪ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਵੱਡੇ ਪੱਧਰ ਤੇ ਇਸ ਪੱਖ ਤੋਂ ਖੁਲਾਸਾ ਕੀਤਾ ਹੋਇਆ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਮਹਾਰਾਜ ਨੇ ਪੂਰੀ ਪੌੜੀ ਦੇ ਵਿੱਚ ਬਸ ਇਹੀ ਸਮਝਾਇਆ ਹੈ। ਹਜੂਰ ਕਹਿੰਦੇ ਨੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਅਨੰਤ ਰਿਸ਼ੀ ਮੁਨੀ ਉਸ ਦਾ ਅੰਤ ਲੈਣ ਵਾਸਤੇ ਬਿਰਲਾਪ ਕਰਦੇ ਨੇ, ਤਰਲੋ ਮੱਛੀ ਹੁੰਦੇ ਨੇ, ਦੁਖੀ ਪਰੇਸ਼ਾਨ ਹੁੰਦੇ ਨੇ। ਪਤਾ ਚੱਲ ਜਾਏ ਪਰਮਾਤਮਾ ਨੇ ਕੀ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਰੱਬ ਨੇ ਕੀ ਕਰਨਾ ਹੈ। ਸਤਿਗੁਰੂ ਕਹਿੰਦੇ ਨੇ ਤੇਰੀ ਮਹਿਮਾ ਤੂੰ ਹੀ ਜਾਣਦਾ ਹੈ। ਤੂੰ ਕੀ ਕੀਤਾ ਹੈ ਇਹ ਵੀ ਤੂੰ ਹੀ ਜਾਣਦਾ ਹੈ। ਤੂੰ ਕੀ ਕਰ ਰਿਹਾ ਹੈ ਇਹ ਵੀ ਤੂੰ ਹੀ ਜਾਣਦਾ ਹੈ। ਤੂੰ ਕੀ ਕਰਨਾ ਹੈ ਇਹ ਵੀ ਤੂੰ ਹੀ ਜਾਣਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸਮਝਾ ਰਹੇ ਹਨ। ਆਪਣਾ ਆਪ ਤੂੰ ਆਪ ਪਛਾਣ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਆਪ ਦੀ ਪਹਿਚਾਣ ਆਪ ਹੀ ਕਰਦਾ ਹੈ। ਤੂੰ ਖੁਦ ਹੀ ਆਪਣੇ ਆਪ ਨੂੰ ਪਹਿਚਾਣਦਾ ਹੈ। ਤੂੰ ਕੀ ਹੈ ਤੂੰ ਖੁਦ ਹੀ ਆਪਣੇ ਆਪ ਨੂੰ ਪਹਿਚਾਣਦਾ ਹੈ। ਮਨੁੱਖ ਮਨੁੱਖ ਨੂੰ ਪਹਿਚਾਣ ਦਿੰਦਾ ਹੈ, ਬੜੇ ਫਖਰ ਨਾਲ ਕਹਿੰਦਾ ਹੈ। ਕਹਿੰਦਾ ਮੈਂ ਤੇ ਬੰਦੇ ਦੀ ਤੋਰ ਤੋਂ ਪਛਾਣ ਲੈਂਦਾ ਹਾਂ, ਮੈਂ ਤੇ ਬੰਦੇ ਦੀ ਅੱਖ ਤੋਂ ਪਹਿਚਾਣ ਲੈਂਦਾ ਹਾਂ, ਮੈਂ ਤੇ ਪਹਿਲੀ ਮਿਲਣੀ ਵਿੱਚ ਬੰਦੇ ਨੂੰ ਪਛਾਣ ਲੈਂਦਾ ਹਾਂ। ਗੁਰੂ ਕਹਿੰਦੇ ਨੇ ਤੈਨੂੰ ਕੋਈ ਨਹੀਂ ਪਛਾਣ ਸਕਦਾ। ਇਹ ਪ੍ਰਮਾਤਮਾ ਤੈਨੂੰ ਕੋਈ ਨਹੀਂ ਪਛਾਣ ਸਕਦਾ। ਤੂੰ ਕੀ ਹੈ ਤੂੰ ਕੀ ਕਰਨਾ ਹੈ ਤੈਨੂੰ ਕੋਈ ਪਹਿਚਾਣ ਨਹੀਂ ਸਕਦਾ। ਇਸ ਲਈ ਆਪਣੇ ਆਪ ਦੀ ਪਹਿਚਾਣ ਤੂੰ ਖੁਦ ਹੀ ਰੱਖਦਾ ਹੈ। ਤੂੰ ਆਪਣੀ ਮਹਿਮਾ ਤੂੰ ਆਪਣੀ ਪਹਿਚਾਣ ਤੂੰ ਖੁਦ ਬਖੁਦ ਹੀ ਰੱਖਦਾ ਹੈ। ਕੋਈ ਦੂਸਰਾ ਤੇਰੇ ਬਾਰੇ ਨਹੀਂ ਜਾਣ ਸਕਦਾ। ਮਹਿਮਾ ਨਾ ਜਾਣੈ ਬੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਸ਼ੰਕਰਾ ਨਹੀਂ ਜਾਣੈ ਭੇਦ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਹਨ। ਹਉ ਬਦਹਾਰੇ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਸੰਤਾਂ ਤੋਂ ਬਲਿਹਾਰ ਹਾਂ। ਕਿਹੜੇ ਸੰਤ ਜੀ? ਜਿਨ੍ਹਾਂ ਨੇ ਚੋਲੇ ਪਾਏ ਹੋਏ ਨੇ। ਕਿਹੜੇ ਸੰਤ ਜਿਨ੍ਹਾਂ ਨੇ ਵੱਡੇ ਵੱਡੇ ਡੇਰੇ ਬਣਾਏ ਹੋਏ ਨੇ। ਕਿਹੜੇ ਸੰਤ ਜਿਨ੍ਹਾਂ ਦੇ ਮਗਰ ਦੁਨੀਆ ਲੱਗੀ ਹੋਈ ਹੈ? ਨਹੀਂ। ਕਹਿਣ ਲੱਗੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਉਹਨਾਂ ਸੰਤਾਂ ਤੋਂ। ਮੈਂ ਤੇਰੇ ਉਹਨਾਂ ਸੰਤਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਨੇ ਕਾਮ ਆਦਿਕ ਵਿਕਾਰਾਂ ਨੂੰ ਪੀ ਸੁੱਟਿਆ ਹੈ। ਪੀਠ ਸੁੱਟੇ ਹਨ। ਕਾਮ ਕ੍ਰੋਧ ਆਦਿਕ ਪੀਸ ਹੀ ਸੁੱਟੇ ਹਨ ਜਿਨ੍ਹਾਂ ਪ੍ਰਮਾਤਮਾ ਦੇ ਪਿਆਰਿਆਂ ਨੇ। ਇਹੀ ਪੰਜ ਵਿਕਾਰ ਜਿਹੜੇ ਸੰਸਾਰ ਦੇ ਉੱਪਰ ਭਾਰੂ ਨੇ, ਇਹੀ ਪ੍ਰਮਾਤਮਾ ਦੇ ਪਿਆਰਿਆਂ ਦੇ ਅੱਗੇ ਗੁਲਾਮ ਹੋ ਕੇ ਚੱਲਦੇ ਨੇ, ਦਾਸ ਬਣ ਕੇ ਚੱਲਦੇ ਨੇ। ਹਜੂਰ ਕਹਿੰਦੇ ਹਨ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਸਾਰੇ ਸੰਸਾਰ ਦੇ ਇਹ ਸਿਕਦਾਰ ਨੇ, ਚੌਧਰੀ ਨੇ, ਪਰ ਪ੍ਰਮਾਤਮਾ ਦੇ ਪਿਆਰਿਆਂ ਦੇ ਅੱਗੇ ਇਹ ਪਾਣੀ ਭਰਨ ਵਾਲੇ ਨੇ, ਉਹਨਾਂ ਦੇ ਗੁਲਾਮ ਨੇ। ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਜਗਤ ਪਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ। ਸਾਰਿਆਂ ਤੋਂ ਦੰਡ ਭਰਾਉਂਦੇ ਹਨ, ਸਾਰਿਆਂ ਤੋਂ ਟੈਕਸ ਭਰਾਉਂਦੇ ਹਨ, ਸਾਰਿਆਂ ਨੂੰ ਆਪਣੀ ਈਨ ਮਨਾਉਂਦੇ ਹਨ, ਪਰ
परमात्मा दे प्यारियां दे अगे झुकदे हन। जगत पास ते लेते दान, गोबिंद भगत को करें सलाम। लूट ले साकत पत खोव है, साध जना पग मल मल धोवै। महाराज कहते हैं ये पंज विकार साकत नूं लुट लेंदे ने, उहदे गुणां नूं लुट लेंदे ने और उन्हां दी पत इज्जत रोल दिंदे हन। लेकिन परमात्मा दे प्यारियां दे चरण धोण दी सेवा करदे हन, उन्हां दे गुलाम होके चलदे हन। गुरु अर्जन देव जी महाराज आखदे हन, भाई मैं उन्हां संतां तो बलिहार हां, कुर्बान हां, जिन्हां ने काम क्रोध आदिक विकार पीस ही सुटे हन, खत्म कर दिते हन। काम नेड़े नहीं आ सकदा, क्रोध नेड़े नहीं आ सकदा, लोभ नेड़े नहीं आ सकदा, मोह हंकार जिन्हां दे नेड़े नहीं टुक सकदे, लेश मात्र भी जिन्हां दे नेड़े नहीं आ सकदा, जिन्हां दी सुरत विच भी कोई विकार सफुरत नहीं हो सकदा, उन्हां तो मैं बलिहार हाँ, उन्हां तो मैं सदके हाँ, उन्हां तो मैं कुर्बान हाँ। इस तरह गुरु अर्जन देव जी महाराज किरपा करते हन। तू निर्वैर संत तेरे निर्मल। सतगुरु अर्जन देव जी महाराज चौथे पद विच किरपा करते ने, हे मालिक तू निर्वैर है, तेरे संत भी निर्मल ने। निर्वैर परमात्मा निर्वैर है। वैर का अर्थ हुंदा है द्वेष रखने, वैर का अर्थ हुंदा है फर्क रखना, वैर का अर्थ हुंदा है भिन्न भेद रखना। जैसा कोई लड़की ते लड़के विच भिन्न भेद रखे, पुत्र पुत्री विच फर्क रखे, मुंडे कुड़ी विच फर्क रखे, इसनों कहंदे ने वैर। भावें वो अपना वैर, भावें वो अपने अंदरला फर्क ਜ਼ਾਹਰ करे ना करे, पर है अंदर है। कोई जाति तौर ते फर्क करे, कोई इलाके तौर ते फर्क करे, कोई धार्मिक तौर ते फर्क करे, कोई संस्था या संप्रदायिक तौर ते फर्क करे, उसनूं कहंदे ने वैर, उसनूं वैर कहंदे ने। वैर का अर्थ हुंदा है फर्क रखना, वैर का अर्थ हुंदा है अपने नाल चंगा वरताओ, दूसरे नाल माड़ा वरताओ करना, उसनूं कहंदे ने वैर। महाराज कहंदे ने परमात्मा किसे नाल वैर नहीं करदा। परमात्मा ने जिहड़ी हवा दित्ती है उसनूं नाम जपण वाले भी वरतदे ने, जिहड़े नहीं नाम जपदे वो भी वरतदे ने। परमात्मा ने पानी दिता है, लेकिन ये नहीं कि पानी सिर्फ जिहड़े मेरा नाम जपदे ने ਉਹੀ ਵਰਤ ਸਕਦੇ ਹਨ, ਜਿਹੜੇ ਮੇਰਾ ਨਾਮ नहीं जपदे वो मेरा दिता पानी नहीं वरत सकते, बिल्कुल नहीं। परमात्मा ने सारिਆਂ ਨੂੰ एक जैसियां सुख सहूलतां ਦਿੱਤੀਆਂ ने। ਜਿਹੋ ਜਿਹਾ ਸਰੀਰ ਸੰਤ ਕੋਲ ਹੈ, ਕਿਸੇ ਪਾਪੀ ਕੋਲ ਵੀ ਸਰੀਰ ਉਹੋ ਜਿਹਾ ਹੀ ਹੈ। ਜਿਹੜੇ ਮਾਂ-ਬਾਪ, ਜਿਹੜੇ ਭੈਣ ਭਰਾ, ਜਿਹੜੇ ਧੀਆਂ ਪੁੱਤਰ ਕਿਸੇ ਸੰਤ ਨੂੰ ਦਿੱਤੇ ਨੇ, ਉਹੀ ਭੈਣ ਭਰਾ, ਉਹੀ ਮਾਂ-ਬਾਪ ਕਿਸੇ ਨਾਸਤਕ ਨੂੰ ਵੀ ਦਿੱਤੇ ਨੇ, ਸਾਕਤ ਨੂੰ ਵੀ ਦਿੱਤੇ ਨੇ। ਜਿਹੜੀਆਂ ਸੁੱਖ ਸਹੂਲਤਾਂ, ਜੋ ਅੰਨ, ਜੋ ਵਸਤਰ, ਜੋ ਕੁਛ ਵੀ ਹੈ, ਪਰਮਾਤਮਾ ਨੇ ਸਾਰਿਆਂ ਨੂੰ ਸਾਂਝਾ ਦਿੱਤਾ। ਕਿਤੇ ਵੀ ਪਰਮਾਤਮਾ ਨੇ ਸ਼ਰਤ ਨਹੀਂ ਰੱਖੀ ਕਿ ਇਹ ਮੇਰੀ ਸਹੂਲਤ ਸਿਰਫ ਇਹੀ ਲੈ ਸਕਦਾ, ਦੂਸਰਾ ਨਹੀਂ ਲੈ ਸਕਦਾ। ਇਸ ਤਰ੍ਹਾਂ ਨਹੀਂ ਹੈ। ਇਸ ਲਈ ਪਰਮਾਤਮਾ ਨਿਰਵੈਰ ਹੈ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਨੂੰ ਮੰਨਣ ਵਾਲੇ ਸੰਤ ਵੀ ਨਿਰਵੈਰ ਨੇ। ਉਹ ਵੀ ਕਦੇ ਕਿਸੇ ਨਾਲ ਫਰਕ ਨਹੀਂ ਰੱਖਦੇ, ਉਹ ਵੀ ਕਿਸੇ ਦੇ ਨਾਲ ਅੰਤਰਾ ਨਹੀਂ ਰੱਖਦੇ। ਅੰਤਰਾ ਰੱਖਣ ਵਾਲਿਆਂ ਨੂੰ, ਫਰਕ ਰੱਖਣ ਵਾਲਿਆਂ ਨੂੰ ਗੁਰਬਾਣੀ ਵਿੱਚ ਪਤਾ ਕੀ ਕਿਹਾ? ਬਾਬਾ ਨਾਮਦੇਵ ਜੀ ਦਾ ਬੜਾ ਕਮਾਲ ਦਾ ਬਚਨ ਕਹਿਣ ਲੱਗੇ, ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਜਿਨ੍ਹਾਂ ਦੇ ਅੰਦਰ ਫਰਕ ਹੈ, ਜਿਹੜੇ ਫਰਕ ਰੱਖਦੇ ਨੇ, ਗੁਰੂ ਕਹਿੰਦੇ ਨੇ ਉਹਨਾਂ ਵਿੱਚ ਤੇ ਪਸ਼ੂ ਵਿੱਚ ਫਰਕ ਹੀ ਕੀ ਹੈ? ਪਸ਼ੂ ਨੇ। ਫਰਕ ਰੱਖਣ ਵਾਲੇ ਨੂੰ ਭਗਤ ਨਾਮਦੇਵ ਜੀ ਪਸ਼ੂ ਕਹਿੰਦੇ ਨੇ। ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਅਸੀਂ ਅਗਰ ਕਿਸੇ ਨਾਲ ਭਿੰਨ ਭੇਦ ਕਰਦੇ ਹਾਂ, ਫਰਕ ਕਰਦੇ ਹਾਂ, ਇਹ ਸਾਡਾ ਜੀ, ਇਹ ਬੇਗਾਨਾ ਜੀ, ਇਹ ਓਪਰਾ ਜੀ, ਇਹ ਪਰਾਇਆ ਜੀ, ਬਾਬਾ ਨਾਮਦੇਵ ਕਹਿੰਦੇ ਨੇ ਫਿਰ ਤੇਰੇ ਵਿੱਚ ਤੇ ਪਸ਼ੂ ਵਿੱਚ ਫਰਕ ਹੀ ਕੀ ਰਹਿ ਗਿਆ? ਤੂੰ ਮਨੁੱਖ ਲੱਗਦਾ ਹੈ, ਪਰ ਤੂੰ ਮਨੁੱਖ ਹੈ ਨਹੀਂ, ਤੂੰ ਤੇ ਪਸ਼ੂ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਤੂੰ ਨਿਰਵੈਰ, ਸੰਤ ਤੇਰੇ ਨਿਰਮਲ। ਤੂੰ ਕਿਸੇ ਨਾਲ ਵੈਰ ਕਰਦਾ ਨਹੀਂ, ਫਰਕ ਕਰਦਾ ਨਹੀਂ, ਤੇਰੇ ਸੰਤ। ਗੁਰੂ ਕਿਸੇ ਨਾਲ ਵੈਰ ਕਰਦਾ ਨਹੀਂ,
ਗੁਰੂ ਕਹਿੰਦੇ ਨੇ ਸਤਿਗੁਰ ਨਿਰਵੈਰ ਪੁੱਤਰ ਛਤਰ ਸਮਾਨੇ, ਔਗੁਣ ਕੱਟੇ ਕਰੇ ਸੁਧ ਦੇਹਾ। ਗੁਰੂ ਦੇ ਵਾਸਤੇ ਪੁੱਤਰ ਵੀ ਤੇ ਸ਼ਤਰੂ ਵੀ ਇੱਕ ਸਮਾਨ ਹੀ ਨੇ। ਗੁਰੂ ਪੁੱਤਰਾਂ ਨਾਲ ਮੋਹ ਤੇ ਸ਼ਤਰੂਆਂ ਦੇ ਨਾਲ ਕੋਈ ਵੈਰ ਨਹੀਂ ਰੱਖਦਾ। ਬਾਬੇ ਕਨਈਏ ਵਾਲੀ ਸਾਖੀ ਬੜੀ ਪ੍ਰਸਿੱਧ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਗੁਰੂ ਨਿਰਵੈਰ ਹੈ ਤੇ ਫਿਰ ਸਿੱਖ ਦਾ ਗੁਰੂ ਦਾ ਸਿੱਖ ਵੈਰ ਰੱਖੇ ਜੀ, ਫਿਰ ਗੁਰੂ ਦਾ ਸਿੱਖ ਭਿੰਨ ਭੇਦ ਰੱਖੇ, ਫਰਕ ਰੱਖੇ, ਤੇ ਉਸ ਨੂੰ ਗੁਰੂ ਦਾ ਸਿੱਖ ਅਖਵਾਉਣ ਦੀ ਲੋੜ ਹੀ ਕੀ ਹੈ? ਕੀ ਲੋੜ ਪਈ ਹੈ ਉਸ ਨੂੰ ਸਿੱਖ ਅਖਵਾਉਣ ਦੀ? ਗੁਰੂ ਪੁੱਤਰਾਂ ਵਿੱਚ ਤੇ ਸ਼ਤਰੂਆਂ ਵਿੱਚ ਵੀ ਫਰਕ ਨਹੀਂ ਰੱਖਦਾ, ਤੇ ਸਿੱਖ ਸਿੱਖ ਵਿੱਚ ਹੀ ਫਰਕ ਰੱਖੇ ਤੇ ਫਿਰ ਸਿੱਖ ਅਖਵਾਉਣ ਦੀ ਲੋੜ ਨਹੀਂ ਹੈ। ਗੁਰੂ ਕਹਿੰਦੇ ਹਨ ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਅੱਗੇ ਕੀ ਕਿਰਪਾ ਕਰਦੇ ਹਨ? ਜਿਨ ਦੇਖੇ ਸਭ ਉਤਰਹਿ ਕਲਮਲ। ਜਿਸ ਪ੍ਰਮਾਤਮਾ ਦੇ ਪਿਆਰਿਆਂ ਨੂੰ ਦੇਖਿਆ ਸਾਰੇ ਕਲਮ ਉਤਰ ਜਾਂਦੇ ਨੇ, ਪਾਪ ਉਤਰ ਜਾਂਦੇ ਨੇ। ਉਹ ਪ੍ਰਮਾਤਮਾ ਦੇ ਪਿਆਰੇ, ਉਹ ਗੁਰੂ ਕੇ ਸਿੱਖ ਜਿਨ੍ਹਾਂ ਦੇ ਦਰਸ਼ਨਾਂ ਵਿੱਚ ਇੰਨੀ ਸ਼ਕਤੀ ਹੈ, ਉਹਨਾਂ ਦਾ ਦਰਸ਼ਨ ਕਰੀਏ ਆਪਣੀ ਵੀ ਸੋਚ ਸ਼ੁੱਧ ਹੋ ਜਾਂਦੀ ਹੈ, ਆਪਣੀ ਵੀ ਆਤਮਾ ਪਵਿੱਤਰ ਹੋ ਜਾਂਦੀ ਹੈ। ਈਰਖਾਲੂ ਨੂੰ ਦੇਖੋਗੇ ਤੁਸੀਂ ਖੁਦ ਦੁਖੀ ਹੋ ਜਾਓਗੇ, ਫਰਕ ਕਰਨ ਵਾਲੇ ਨੂੰ ਦੇਖੋਗੇ ਤੁਸੀਂ ਖੁਦ ਅੰਦਰੋਂ ਪਰੇਸ਼ਾਨ ਹੋ ਜਾਓਗੇ। ਇੱਕ ਪਵਿੱਤਰ ਆਤਮਾ ਦੇ ਦਰਸ਼ਨ ਕਰੋਗੇ ਖੁਦ ਪਵਿੱਤਰ ਹੋ ਜਾਓਗੇ। ਕਿਸੇ ਪਵਿੱਤਰ ਆਤਮਾ ਦਾ ਦੀਦਾਰ ਕਰੋਗੇ ਖੁਦ ਆਨੰਦ ਨਾਲ ਭਰ ਜਾਓਗੇ, ਰਸ ਨਾਲ ਭਰ ਜਾਓਗੇ। ਇਸ ਲਈ ਸਤਿਗੁਰੂ ਕਹਿੰਦੇ ਨੇ ਤੇਰੇ ਸੰਤਾਂ ਨੂੰ ਮੈਂ ਜਦੋਂ ਦੇਖਦਾ ਹਾਂ ਮੇਰੇ ਆਪਣੇ ਵਿਚਾਰ ਸ਼ੁੱਧ ਹੋ ਜਾਂਦੇ ਨੇ, ਮੇਰੀ ਆਪਣੀ ਸੋਚ ਸ਼ੁੱਧ ਹੋ ਜਾਂਦੀ ਹੈ, ਮੇਰੇ ਆਪਣੇ ਪਾਪ ਲੱਥ ਜਾਂਦੇ ਹਨ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭ੍ਰਮ ਭਉ ਧੀਠਾ ਜੀਓ। ਸਤਿਗੁਰੂ ਕਹਿੰਦੇ ਨੇ ਮੈਂ ਪ੍ਰਮਾਤਮਾ ਦਾ ਨਾਮ ਧਿਆ ਧਿਆ ਕੇ ਹੀ ਜੀਵਦਾ ਹਾਂ। ਮੇਰੇ ਅੰਦਰੋਂ ਬਿਨਸਿਆ ਭ੍ਰਮ ਭਉ ਢੀਠਾ ਜੀਓ। ਭ੍ਰਮ ਭਟਕਣਾ ਮਿਟ ਗਈ ਹੈ, ਭਉ ਡਰ ਨਿਕਲ ਗਿਆ ਹੈ, ਢੀਠਾ ਢੀਠਪੁਣਾ ਮੇਰੇ ਅੰਦਰਲਾ ਢੀਠਪੁਣਾ ਵੀ ਨਿਕਲ ਗਿਆ ਹੈ। ਮਹਾਰਾਜ ਕਹਿੰਦੇ ਨੇ ਮੈਂ ਹਰ ਪੱਖ ਤੋਂ ਮੁਕੰਮਲ ਹੋ ਗਿਆ, ਪਵਿੱਤਰ ਹੋ ਗਿਆ, ਪਾਵਨ ਹੋ ਗਿਆ। ਤੇਰਾ ਨਾਮ ਜਪ ਕੇ ਮੈਨੂੰ ਇੱਕ ਨਵਾਂ ਜੀਵਨ ਮਿਲ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਜੀ ਨੇ ਬੜੇ ਪਿਆਰ ਬੜੇ ਟਿਕਾਓ ਦੇ ਨਾਲ ਸਰਵਣ ਕੀਤੀ। ਕੱਲ ਨੂੰ ਮਾਘੀ ਦਾ ਦਿਹਾੜਾ ਹੈ ਔਰ ਦੁਪਹਿਰ ਦੇ ਦੀਵਾਨ ਇੱਥੇ ਸਜਣਗੇ। ਉਸ ਲਿਹਾਜ਼ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਸ਼ਾਮ ਦੇ ਦੀਵਾਨਾਂ ਵਿੱਚ ਵੀ ਬੇਨਤੀਆਂ ਕਰਾਂਗੇ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।